ਤੁਹਾਡੇ ਜ਼ਿਹਨ ਦੇ ਵਿੱਚ ਕਿਸ ਤਰ੍ਹਾਂ ਆਇਆ ਵੀ ਤੁਹਾਨੂੰ ਇੱਥੇ ਆ ਕੇ ਪੰਜਾਬੀ ਰਸੋਈ ਖੋਲ੍ਹਣੀ ਚਾਹੀਦੀ ਹੈ? ਤੇ ਸਵਾਦ ਕਿੱਦਾਂ ਦਾ, ਇੱਕ ਘਰ ਦਾ ਸਵਾਦ ਪੂਰਾ ਆਉਂਦਾ ਹੈ? मैम टोटली ऑसम। ਇਹ ਬਾਹਰ ਚਲੇ ਗਿਆ, ਮੈਂ ਇੱਥੇ ਹੀ ਸੀਗਾ ਤੇ ਕੋਈ ਕੰਮਕਾਰ ਨਹੀਂ ਸੀਗਾ। ਫਿਰ ਅਸੀਂ ਸੋਚਿਆ ਕਿ ਚਲੋ ਕੁਝ ਇਹੋ ਜਿਹਾ ਕੀਤਾ ਜਾਵੇ ਵੀ ਕਿ ਚੰਡੀਗੜ੍ਹ ਦੇ ਲੋਕਾਂ ਨੂੰ ਵਧੀਆ ਪੰਜਾਬੀ ਕਲਚਰ ਨਾਲ ਜੋੜਿਆ ਜਾਵੇ ਦੁਬਾਰਾ ਮੁੜ ਤੋਂ। ਪਿੰਨੀਆਂ ਵੀ ਹੈ, ਚੂਰੀ ਵੀ ਹੈ, ਹੋਰ ਵੀ ਘਰ ਦਾ ਬਣਿਆ ਗੁੜ, ਤਾਂ ਕਿ ਲੋਕਾਂ ਨੂੰ ਆਪਣੀ ਵਿਰਾਸਤ ਦੇ ਨਾਲ, ਆਪਣੇ ਸੱਭਿਆਚਾਰ ਨਾਲ ਜੋੜਨ ਦੀ ਪੂਰੀ ਕੋਸ਼ਿਸ਼ ਜੋ ਹੈ ਇਹਨਾਂ ਦੇ ਵੱਲੋਂ ਕੀਤੀ ਗਈ ਹੈ। आई स्पेशली रिकमेंड अगर इतने आओगे तो एक इन्हों दी पिन्नियां आंदियां हैं, यू मस्ट ट्राई दैट इज़ द बेस्ट थिंग। ਸਭ ਆਹੀ ਕਹਿੰਦੇ ਸੀ ਕਿ ਤੂੰ ਆਸਟ੍ਰੇਲੀਆ ਕੰਨੀ ਨੂੰ ਜਾ, ਤੂੰ ਇੱਧਰ ਨੂੰ ਕਿੱਥੇ ਪੈ ਗਿਆ। ਬਟ ਮੈਂ ਜਦੋਂ ਉਹਦੇ ਕੰਮ ਸ਼ੁਰੂ ਕੀਤਾ, ਪਹਿਲਾਂ ਮੈਂ ਕੀਤਾ ਫੂਡ ਵੈਨ ਤੋਂ ਸ਼ੁਰੂ ਕੀਤਾ ਸੀਗਾ, ਤੇ ਫਿਰ ਮੈਂ ਰਾਮ ਨਾਲ ਗੱਲ ਕੀਤੀ, ਮੈਂ ਕਿਹਾ ਆਪਾਂ ਉਹ ਸ਼ੁਰੂ ਕਰਦੇ ਹਾਂ, ਦੇਖਦੇ ਹਾਂ ਇੱਕ ਵਾਰੀ। ਮੈਂ ਕਿਹਾ 3 ਮਹੀਨੇ ਦੀ ਛੁੱਟੀ ਹੈਗੀ ਆ ਮੇਰੇ ਕੋਲ, ਤੇ ਦੇਖਦੇ ਹਾਂ ਆਪਾਂ ਕਿਵੇਂ ਰਿਸਪੌਂਸ ਆਉਂਦਾ। ਤੇ ਅਸੀਂ ਉਹ 3 ਮਹੀਨੇ ਦੇ ਵਿੱਚ ਵੀ ਸ਼ੁਰੂ ਕੀਤਾ ਸੀਗਾ ਮੈਮ, ਤੇ ਰਿਸਪੌਂਸ ਬਹੁਤ ਵਧੀਆ ਆਇਆ ਸੀਗਾ। ਚੰਡੀਗੜ੍ਹ ਦੇ ਲੋਕਾਂ ਨੇ ਬਹੁਤ ਲਾਈਕ ਕੀਤਾ। ਸਾਨੂੰ ਅਸੀਂ ਮਿਸ ਹੀ ਨਹੀਂ ਕਰਦੇ ਕਿ ਅਸੀਂ ਘਰ ਦੇ ਖਾ ਰਹੇ ਹਾਂ, ਬਾਹਰ ਦੇ ਖਾ ਰਹੇ ਹਾਂ। ਜਿਵੇਂ ਕੱਲ੍ਹ ਨੂੰ ਸਾਗ ਬਣ ਕੇ ਆਣਾ, ਉਹ ਅੱਜ ਲੱਗ ਗਏ ਆ। ਸਵੇਰ ਤੋਂ 10 ਵਜੇ ਤੋਂ ਸ਼ਾਮ ਤੱਕ ਉਹ ਬਣੇਗਾ ਤੇ ਸਵੇਰੇ ਉਹਨੂੰ ਤੜਕਾ ਲੱਗੇਗਾ ਤਾਂ ਇੱਥੇ ਆਏਗਾ। ਮਤਲਬ ਬਹੁਤ ਜ਼ਿਆਦਾ ਮਿਹਨਤ ਹੈ ਇਸ 'ਚ, ਪੂਰਾ ਪਰਿਵਾਰ ਹੀ ਸਾਡਾ ਲੱਗਿਆ ਹੋਇਆ। ਬਿਲਕੁਲ ਭਾਜੀ, ਫਤਿਹਗੜ੍ਹ ਸਾਹਿਬ ਤੋਂ ਤੁਸੀਂ ਤਿਆਰ ਕਰਕੇ ਸਰੋਂ ਦਾ ਸਾਗ ਇੱਥੇ ਲੈ ਕੇ ਆਉਂਦੇ ਹੋ, ਤੇ ਹਰ ਰੋਜ਼ ਤੁਸੀਂ ਘਰ ਜਾਂਦੇ ਹੋ, ਤਿਆਰ ਕਰਦੇ ਹੋ, ਤਾਂ ਫਿਰ ਵਾਪ ਇੱਥੇ ਲੈ ਕੇ ਆਉਂਦੇ ਹੋ? ਹਾਂਜੀ ਮੈਮ, ਅਪ ਡਾਊਨ ਕਰੀਦਾ ਜੀ, ਡੇਲੀ ਅਪ ਡਾਊਨ ਕਰੀਦਾ। ਤਾਂ ਜਦੋਂ ਇਹ ਕੰਮ ਸ਼ੁਰੂ ਕਰਨ ਲੱਗੇ ਸੀ ਤੇ ਰਾਹ ਦੇ ਵਿੱਚ ਕੋਈ ਇਦਾਂ ਦੀ ਖਿਆਈ ਆਈ ਹੋਵੇ ਜਿਸ ਤੋਂ ਲੱਗਿਆ ਹੋਵੇ ਵੀ ਮਨਾ ਨਹੀਂ, ਹੁਣ ਪਿੱਛੇ ਹਟ ਜਾ, ਵੀ ਨਾ ਕੋਈ ਸਾਥ ਨਹੀਂ ਦੇ ਰਿਹਾ? ਮੈਮ ਆਪਣੇ ਕੋਲ ਇੱਕ ਗੁੜ ਦੀ ਟਿੱਕੀ ਹੁੰਦੀ ਹੈ ਸਪੈਸ਼ਲ, ਇਹਦੇ ਵਿੱਚ ਸਾਰਾ ਡਰਾਈ ਫਰੂਟ ਹੁੰਦਾ, ਦੇਸੀ ਘੀ ਹੁੰਦਾ ਤੇ ਬਾਕੀ ਹੋਰ ਮਟੀਰੀਅਲ ਹੁੰਦਾ। ਹੁਣ ਭਾਵੇਂ ਤੁਸੀਂ ਬੇਸ਼ੱਕ ਪਿੰਨੀਆਂ ਲੈ ਲਓ, ਗੁੜ ਲੈ ਲਓ, ਅਚਾਰ ਤੱਕ ਇਹਨਾਂ ਦੇ ਜਿਹੜੇ ਹੈਗੇ ਆ ਸਾਰੇ ਇੰਗਰੀਡੀਐਂਟ ਜਿਹੜੇ ਹੈਗੇ ਹੋਮ ਦੇ ਆ। ਤੁਸੀਂ ਇਸ ਕੰਮ ਦੀ ਸ਼ੁਰੂਆਤ ਕੀਤੀ ਤਾਂ ਤੁਸੀਂ 2 ਭਰਾ ਸੀਗੇ, ਤੇ ਅੱਜ ਤੁਹਾਡੇ ਥੱਲੇ ਕਿੰਨੇ ਕਰਮਚਾਰੀ ਕੰਮ ਕਰਦੇ ਨੇ? ਮੈਮ ਇਹ ਵੀ ਫੈਮਿਲੀ ਹੋਏ, ਕਰਮਚਾਰੀ ਵੀ ਸਾਡੇ ਨਾਲ ਮੈਮ 3 ਮੁੰਡੇ ਹੈਗੇ ਨੇ ਜੀ ਹੁਣ ਰੱਖੇ ਹੋਏ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਤੁਹਾਡਾ ਨਾਲ ਨਵਦੀਪ ਮਾਨ। ਹਰ ਇੱਕ ਨੌਜਵਾਨ ਦੀ ਇੱਛਾ ਹੁੰਦੀ ਹੈ ਕਿ ਅਸੀਂ ਪੜ੍ਹ ਲਿਖ ਕੇ ਵਧੀਆ ਕੰਮਕਾਰ ਕਰੀਏ, ਆਪਣਾ ਤੇ ਆਪਣੇ ਪਰਿਵਾਰ ਦਾ ਵਧੀਆ ਜੋ ਜੀਵਨ ਨਿਰਵਾਹ ਕੀਤਾ ਜਾ ਸਕੇ। ਪਰ ਕੁਝ ਹਾਲਾਤ ਇਸ ਤਰ੍ਹਾਂ ਦੇ ਇਨਸਾਨ ਨੂੰ ਬਣਾ ਦਿੰਦੇ ਨੇ ਕਿ ਜੋ ਸੁਪਨੇ ਹੁੰਦੇ ਨੇ ਉਹ ਪੂਰੇ ਨਹੀਂ ਹੁੰਦੇ। ਜੇਕਰ ਉਮੀਦਾਂ ਹੋਣ ਜਾਂ ਸੁਪਨੇ ਸਾਕਾਰ ਕਰਨ ਦੀ ਇੱਛਾ ਹੋਵੇ ਤਾਂ ਇਨਸਾਨ ਹਰ ਇੱਕ ਮੰਜ਼ਿਲ ਤੇ ਪਹੁੰਚ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਭਰਾਵਾਂ ਬਾਰੇ ਜਾਣੂ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਉਚੇਰੀ ਸਿੱਖਿਆ ਹਾਸਲ ਕੀਤੀ ਹੋਟਲ ਮੈਨੇਜਮੈਂਟ ਦੀ, ਵਿਦੇਸ਼ ਦੇ ਵਿੱਚ ਵੀ ਜਾ ਕੇ ਆਪਣੀ ਕਿਸਮਤ ਅਜਮਾਈ, ਪਰ ਉਹਨਾਂ ਨੂੰ ਆਪਣੀ ਧਰਤੀ ਨੇ ਵਾਪਸ ਪੰਜਾਬ ਖਿੱਚ ਲਿਆ। ਤੇ ਅੱਜ ਇਸ ਵੇਲੇ ਜੋ ਚੰਡੀਗੜ੍ਹ ਦੇ ਵਿੱਚ ਇਹ ਇੱਕ ਢਾਬਾ ਚਲਾ ਰਹੇ ਨੇ, ਜਿੱਥੇ ਕਿ ਪੰਜਾਬ ਦੇ ਵਿੱਚ ਘਰ ਦੀ ਬਣੀ ਹੋਈ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਜੋ ਲੋਕਾਂ ਤੱਕ ਪਹੁੰਚਾਉਂਦੇ ਨੇ। ਤਾਂ ਇਹ ਤਸਵੀਰਾਂ ਤੁਹਾਨੂੰ ਉਹ ਪੰਜਾਬੀ ਰਸੋਈ ਦੀਆਂ ਅਸੀਂ ਦਿਖਾਉਂਦੇ ਹਾਂ ਕਿ ਕਿਸ ਤਰ੍ਹਾਂ ਜੋ ਹੈ ਇੱਥੇ ਇਹਨਾਂ 2 ਭਰਾਵਾਂ ਦੇ ਵੱਲੋਂ ਕੰਮ ਕੀਤਾ ਜਾਂਦਾ ਹੈ। ਸਤਨਾਮ ਸਿੰਘ ਤੇ ਇੱਕ ਉਹਨਾਂ ਦੇ ਭਰਾ, ਜੋ ਦੋਵੇਂ ਜਾਣੇ ਰਲ ਕੇ ਇੱਥੇ ਜੋ ਘਰ ਦੀ ਮੱਕੀ ਦੀ ਰੋਟੀ, ਸਰੋਂ ਦਾ ਸਾਗ, ਇਸ ਤੋਂ ਇਲਾਵਾ ਜੋ ਘਰ ਦੇ ਬਣੇ ਅਚਾਰ ਹੁੰਦੇ ਨੇ ਜਾਂ ਚਾਟੀ ਦੀ ਲੱਸੀ, ਕਿਉਂਕਿ ਚੰਡੀਗੜ੍ਹ ਇੱਕ ਟਰਾਈ ਸਿਟੀ ਮੰਨੀ ਜਾਂਦੀ ਹੈ ਤੇ ਇਸ ਟਰਾਈ ਸਿਟੀ ਦੇ ਵਿੱਚ ਲੋਕਾਂ ਦੇ ਕੋਲ ਆਪਣੇ ਆਪ ਦੇ ਲਈ ਵੀ ਇੰਨਾ ਸਮਾਂ ਨਹੀਂ ਹੁੰਦਾ। ਇਸ ਕਰਕੇ ਜੋ ਇੱਥੋਂ ਦੇ ਲੋਕ ਨੇ ਜ਼ਿਆਦਾ ਫਾਸਟ ਫੂਡ ਨੂੰ ਤਰਜੀਹ ਦਿੰਦੇ ਨੇ, ਪਰ ਇਹਨਾਂ ਜੋ ਨੌਜਵਾਨਾਂ ਦੇ ਵੱਲੋਂ ਇੱਕ ਨਵੇਕਲਾ ਕਦਮ ਚੁੱਕਿਆ ਗਿਆ ਹੈ, ਘਰ ਘਰ ਤੱਕ ਜਾਂ ਲੋਕਾਂ ਤੱਕ ਜੋ ਘਰ ਦੀ ਬਣੀ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਤੇ ਨਾਲ ਹੀ ਇੱਕ ਵਧੀਆ ਇਨਕਮ ਦਾ ਸਰੋਤ ਇਹਨਾਂ ਦੇ ਵੱਲੋਂ ਬਣਾਇਆ ਗਿਆ। ਤਾਂ ਗੱਲਬਾਤ ਕਰਦੇ ਹਾਂ। ਸਵਾਗਤ ਹੈ ਸਰ ਡੇਲੀ ਪੋਸਟ ਪੰਜਾਬ। ਸਤਿ ਸ਼੍ਰੀ ਅਕਾਲ ਮੈਮ, ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੁਬਾਰਕਬਾਦ ਵੀ ਤੁਸੀਂ ਉਹਨਾਂ ਨੌਜਵਾਨਾਂ ਦੀ ਭੀੜ ਦੇ ਵਿੱਚ ਨਹੀਂ ਲੱਗੇ ਜੋ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਨੇ। ਤੁਸੀਂ ਇੱਕ ਆਪਣਾ ਵਧੀਆ ਕੰਮਕਾਰ ਸੈੱਟ ਕਰਨ ਲਈ ਕੁਝ ਨਵੇਕਲਾ ਕਦਮ ਚੁੱਕਿਆ। ਜੀ ਮੈਮ। ਸਰ, ਇਹ ਤੁਹਾਡੇ ਜ਼ਿਹਨ ਦੇ ਵਿੱਚ ਕਿਸ ਤਰ੍ਹਾਂ ਆਇਆ ਵੀ ਤੁਹਾਨੂੰ ਇੱਥੇ ਆ ਕੇ ਪੰਜਾਬੀ ਰਸੋਈ ਖੋਲ੍ਹਣੀ ਚਾਹੀਦੀ ਹੈ? ਮੈਮ ਆਪਾਂ ਦੋਨਾਂ ਨੇ ਇਕੱਠਿਆਂ ਨੇ ਅਸੀਂ ਹੋਟਲ ਮੈਨੇਜਮੈਂਟ ਕੀਤੀ ਸੀਗੀ ਲਾਂਡਰਾਂ ਤੋਂ, ਤੇ ਉਸ ਤੋਂ ਬਾਅਦ ਫਿਰ ਸਾਡਾ ਇਹ ਬਾਹਰ ਚਲੇ ਗਿਆ, ਮੈਂ ਇੱਥੇ ਹੀ ਸੀਗਾ ਤੇ ਕੋਈ ਕੰਮਕਾਰ ਨਹੀਂ ਸੀਗਾ। ਫਿਰ ਅਸੀਂ ਸੋਚਿਆ ਕਿ ਚਲੋ ਕੁਝ ਇਹੋ ਜਿਹਾ ਕੀਤਾ ਜਾਵੇ ਵੀ ਕਿ ਚੰਡੀਗੜ੍ਹ ਦੇ ਲੋਕਾਂ ਨੂੰ ਵਧੀਆ ਪੰਜਾਬੀ ਕਲਚਰ ਨਾਲ ਜੋੜਿਆ ਜਾਵੇ ਦੁਬਾਰਾ ਮੁੜ ਤੋਂ।
ਅਸੀਂ ਸਰੋਂ ਦਾ ਸਾਗ ਮੱਕੀ ਦੀ ਰੋਟੀ ਸ਼ੁਰੂ ਕਰੀਏ ਤੇ ਉਹਨਾਂ ਨੂੰ ਖਿਲਾਇਆ ਜਾਵੇ, ਕਿਉਂਕਿ ਅੱਜ ਕੱਲ ਚੰਡੀਗੜ੍ਹ ਦੇ ਲੋਕਾਂ ਕੋਲ ਟਾਈਮ ਨਹੀਂ ਹੈਗਾ ਕਿ ਉਹ ਸਾਗ ਬਣਾ ਸਕਣ, ਕਿ ਇੰਨੇ ਕਿ ਉਹ ਆਪਣੇ ਕੰਮਾਂ ਕਾਰਾਂ 'ਚ ਰੁੱਝੇ ਹੋਏ ਨੇ। ਤੇ ਅਸੀਂ ਉਹਨਾਂ ਨੂੰ ਸਾਗ ਮੱਕੀ ਦੀ ਰੋਟੀ ਸ਼ੁਰੂ ਕਰਕੇ ਇੱਥੇ ਉਹਨਾਂ ਨੂੰ ਦੱਸਿਆ ਕਿ ਇਹ ਪੰਜਾਬ ਦੀ ਜਿਹੜੀ ਆਪਣਾ ਫੂਡ ਹੈ, ਇਹ ਸਾਗ ਮੱਕੀ ਰੋਟੀ ਇਸ ਤਰ੍ਹਾਂ ਬਣਦਾ ਏ। ਤੇ ਇੱਥੇ ਤਾਂ ਉਹ ਮਿਕਸੀ ਦੇ ਵਿੱਚ ਸਾਗ ਘੋਟ ਕੇ ਮਤਲਬ ਕਿ ਬਣਾ ਦਿੰਦੇ ਨੇ, ਤੇ ਉਹਨਾਂ ਨੂੰ ਘੋਟਣੇ ਬਾਰੇ ਜਾਂ ਚੁੱਲ੍ਹੇ ਬਾਰੇ ਪਤਾ ਹੀ ਨਹੀਂ ਹੈਗਾ। ਤੇ ਫਿਰ ਆਪਾਂ 2017 ਤੋਂ ਇੱਥੇ ਸ਼ੁਰੂ ਕੀਤਾ ਸੀ ਚੰਡੀਗੜ੍ਹ ਦੇ ਵਿੱਚ। ਬਿਲਕੁਲ, ਜਿਸ ਤਰ੍ਹਾਂ ਭਾਜੀ ਸਤਨਾਮ ਜੀ ਹੋਰਾਂ ਨੇ ਦੱਸਿਆ ਵੀ ਤੁਸੀਂ ਵਿਦੇਸ਼ ਵੀ ਜਾ ਕੇ ਆਏ ਹੋ, ਪਰ ਜਿਹੜੇ ਕਹਿੰਦੇ ਇੱਕ ਵਾਰੀ ਵਿਦੇਸ਼ੀ ਧਰਤੀ ਤੇ ਚਲਾ ਜਾਵੇ ਉਹ ਬੰਦਾ ਵਾਪਸ ਨਹੀਂ ਮੁੜਦਾ, ਤੇ ਤੁਸੀਂ ਕਿਸ ਤਰ੍ਹਾਂ ਮੁੜਨ ਬਾਰੇ ਸੋਚ ਲਿਆ? ਮੈਂ ਨਾ 5 ਸਾਲ ਲਾਏ ਸੀਗੇ ਤੇ ਕਿਹੜੀ ਕੰਟਰੀ ਲਾਈ? ਮੈਂ ਸਿੰਗਾਪੁਰ ਲਾਇਆ ਸੀਗਾ ਜੀ। ਡਿਗਰੀ ਤੋਂ ਬਾਅਦ ਨਾ 2012 ਤੋਂ ਬਾਅਦ ਪਾਸ ਆਊਟ ਹੋ ਕੇ ਇੰਟਰਵਿਊ ਵਗੈਰਾ ਕੀਤਾ, ਉਹਦੇ ਕਲੀਅਰ ਹੋਇਆ ਜੀ। ਉਹ ਤੋਂ ਬਾਅਦ ਉੱਥੇ ਲਾਇਆ ਟਾਈਮ, ਉੱਥੇ ਵਧੀਆ ਸੀਗਾ, ਜੋ ਵਧੀਆ ਚੱਲ ਰਹੀ ਸੀਗੀ ਜੀ। ਈ ਪਾਸ ਤੇ ਗਿਆ ਸੀਗਾ ਮੈਂ ਸਟੱਡੀ ਤੋਂ ਬਾਅਦ, ਤੇ 2017 ਚ ਆਇਆ ਸੀਗਾ ਜੀ ਉਰੇ। 3 ਮਹੀਨੇ ਦੀ ਛੁੱਟੀ ਸੀਗੀ ਉਦੋਂ, ਤੇ ਉਸ ਤੋਂ ਬਾਅਦ ਅਸੀਂ ਉਰੇ ਪੜ੍ਹਦੇ ਉਰੇ ਹੁੰਦੇ ਸੀਗੇ ਚੰਡੀਗੜ੍ਹ, ਤੇ ਉਦੋਂ ਬਾਅਦ ਵਿਜ਼ਿਟ ਕੀਤਾ। ਉਦੋਂ ਵੀ ਅਸੀਂ ਦੇਖਿਆ ਪਹਿਲਾਂ ਵਾਲਾ ਸਿਸਟਮ ਸਾਰਾ ਉਹੀ, ਭਟੂਰੇ ਕੁਲਚੇ ਛੋਲੇ ਹੀ ਸਭ ਕੁਝ ਉਹੀ ਚੱਲਦਾ ਸੀਗਾ। ਤੇ ਫਿਰ ਮੇਰੇ ਮਾਈਂਡ 'ਚ ਸੀਗਾ ਕਿ ਉੱਥੇ ਨਾ ਸਾਡੇ ਉਹ ਚੱਲਦੀ ਹੁੰਦੀ ਹੈ ਬਾਰੇ, ਜਿਵੇਂ ਫੂਡ ਵੈਨ ਹੁੰਦੀ ਆ, ਉਹ ਚੱਲਦੀਆਂ ਹੁੰਦੀਆਂ ਨੇ ਜੀ ਉੱਥੇ। ਤੇ ਫਿਰ ਮੈਂ ਸਤਨਾਮ ਨਾਲ ਗੱਲ ਕੀਤੀ, ਮੈਂ ਕਿਹਾ ਆਪਾਂ ਉਹ ਸ਼ੁਰੂ ਕਰਦੇ ਹਾਂ, ਦੇਖਦੇ ਹਾਂ ਇੱਕ ਵਾਰੀ। ਮੈਂ ਕਿਹਾ 3 ਮਹੀਨੇ ਦੀ ਛੁੱਟੀ ਹੈਗੀ ਆ ਮੇਰੇ ਕੋਲ, ਤੇ ਦੇਖਦੇ ਹਾਂ ਆਪਾਂ ਕਿਵੇਂ ਰਿਸਪੌਂਸ ਆਉਂਦਾ। ਤੇ ਅਸੀਂ ਉਹ 3 ਮਹੀਨੇ ਦੇ ਵਿੱਚ ਵੀ ਸ਼ੁਰੂ ਕੀਤਾ ਸੀਗਾ ਮੈਮ, ਤੇ ਰਿਸਪੌਂਸ ਬਹੁਤ ਵਧੀਆ ਆਇਆ ਸੀਗਾ। ਚੰਡੀਗੜ੍ਹ ਦੇ ਲੋਕਾਂ ਨੇ ਬਹੁਤ ਲਾਈਕ ਕੀਤਾ, ਤੇ ਕਿਉਂਕਿ ਹੋਮਮੇਡ ਸੀਗਾ, ਘਰ ਦਾ ਸੀਗਾ ਜੀ। ਤੇ ਇੱਥੇ ਕਿਉਂਕਿ ਤੁਹਾਨੂੰ ਪਤਾ ਬਿਜੀ ਸ਼ਡਿਊਲ ਹੈ ਜੀ ਸਭ ਦਾ, ਤੇ ਹਸਬੈਂਡ ਵਾਈਫ ਜੋਬ ਤੇ ਨੇ, ਤੇ ਉਹਦੇ ਕਰਕੇ ਮੈਮ ਕਿਤੇ ਨਾ ਕਿਤੇ ਫਿਰ ਲਾਈਕ ਕੀਤਾ ਸਭ ਨੇ ਸਾਗ ਸਾਡਾ। ਤੇ ਉਦੋਂ ਤੋਂ ਬਸ ਮੈਮ 2017 ਤੋਂ ਬਾਅਦ ਬੈਕ ਨਹੀਂ ਆਏ ਅਸੀਂ, ਮਤਲਬ ਚੱਲਦਾ ਗਿਆ। ਤੇ ਈਵਨ ਕਿ ਤਾਂ ਲੋਕਡਾਊਨ ਦੇ ਵਿੱਚ ਵੀ ਸਾਗ ਪ੍ਰੋਵਾਈਡ ਕਰਿਆ ਲੋਕਾਂ ਨੂੰ, ਕਿਉਂਕਿ ਜਿਨ੍ਹਾਂ ਦੇ ਮੂੰਹ ਨੂੰ ਲੱਗਿਆ ਹੋਇਆ ਸੀਗਾ। ਤੇ ਆਹੀ ਹੈ ਕਿ ਵਧੀਆ ਖਾਣਾ ਘਰ ਦਾ ਖਾਣਾ ਹੁੰਦਾ ਜੀ ਆਪਣਾ, ਪਿਓਰ, ਤੇ ਘਰ ਦਾ ਹੋਮਮੇਡ ਹੁੰਦਾ, ਤੇ ਸਾਰਾ ਕੁਝ ਦੇਸੀ ਘੀ ਵਗੈਰਾ ਸਾਰਾ ਕੁਝ ਘਰ ਦਾ ਹੁੰਦਾ ਜੀ। ਬਿਲਕੁਲ, ਆ ਦੇਖੋ ਤੁਸੀਂ ਤਸਵੀਰਾਂ ਦੇ ਵਿੱਚ ਵੀ ਤਰ੍ਹਾਂ ਤਰ੍ਹਾਂ ਦਾ ਇੱਥੇ ਅਚਾਰ ਵੀ ਜੋ ਘਰ ਦਾ ਤਿਆਰ ਕੀਤਾ ਅਚਾਰ, ਚਾਹੇ ਉਹ ਮੁਰੱਬਿਆਂ ਦਾ ਹੋਵੇ, ਚਾਹੇ ਮਿਰਚ ਦਾ ਹੋਵੇ, ਚਾਹੇ ਨਿੰਬੂ ਦਾ ਹੋਵੇ, ਹਰ ਇੱਕ ਤਰ੍ਹਾਂ ਦਾ ਅਚਾਰ ਵੀ ਜੋ ਘਰ ਦੇ ਵਿੱਚ ਤਿਆਰ ਕੀਤਾ ਜਾਂਦਾ ਉਹ ਜੋ ਹੈ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਪਿੰਨੀਆਂ ਵੀ ਹੈ, ਚੂਰੀ ਵੀ ਹੈ, ਹੋਰ ਵੀ ਘਰ ਦਾ ਬਣਿਆ ਗੁੜ, ਤਾਂ ਕਿ ਲੋਕਾਂ ਨੂੰ ਆਪਣੀ ਵਿਰਾਸਤ ਦੇ ਨਾਲ, ਆਪਣੇ ਸੱਭਿਆਚਾਰ ਨਾਲ ਜੋੜਨ ਦੀ ਪੂਰੀ ਕੋਸ਼ਿਸ਼ ਜੋ ਹੈ ਇਹਨਾਂ ਦੇ ਵੱਲੋਂ ਕੀਤੀ ਗਈ ਹੈ। ਤਾਂ ਭਾਜੀ ਸ਼ਹੀਦਾਂ ਦੀ ਧਰਤੀ ਤੋਂ ਬਿਲੋਂਗ ਕਰਦੇ ਹੋ, ਇੱਥੇ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਅੱਜ ਕੱਲ੍ਹ ਜ਼ਿਆਦਾਤਰ ਪੰਜਾਬੀ ਨੌਜਵਾਨ ਜੋ ਕਹਿੰਦੇ ਨੇ ਵੀ ਜਾਂ ਤਾਂ ਸਾਡੇ ਕੋਲ ਜ਼ਮੀਨ ਹੋਵੇ ਅਸੀਂ ਉਹਦਾ ਠੇਕਾ ਲਈ ਜਾਈਏ, ਜਾਂ ਫਿਰ ਅਸੀਂ ਖੇਤਾਂ ਦੇ ਵਿੱਚ ਟਰੈਕਟਰ ਚਲਾ ਲਾਂਗੇ, ਪਰ ਤੁਸੀਂ ਉਸ ਚੀਜ਼ ਤੋਂ ਹਟ ਕੇ ਕੁਝ ਵੱਖਰਾ ਕਰਨ ਬਾਰੇ ਕਿਵੇਂ ਸੋਚਿਆ? ਮੈਮ ਅਸੀਂ ਵੀ ਉਹੀ ਚੀਜ਼ ਨੂੰ ਕਰ ਰਹੇ ਹਾਂ, ਕਿਉਂਕਿ ਅਸੀਂ ਜਦੋਂ ਬਾਹਰੋਂ ਆਇਆ ਸੀਗਾ ਮੈਂ, ਤੇ ਸਾਰੇ ਕਹਿੰਦੇ ਸੀ ਕਿਹੜੇ ਕੰਮਾਂ 'ਚ ਪੈ ਗਿਆ, ਕਿ ਚੰਗਾ ਭਲਾ ਸੀਗਾ ਉੱਥੇ। ਤੇ ਈਵਨ ਕਿ ਮੇਰੇ ਵਾਈਫ ਨੇ ਆਸਟ੍ਰੇਲੀਆ ਨੇ ਉਹ, ਤੇ ਸਭ ਆਹੀ ਕਹਿੰਦੇ ਸੀ ਕਿ ਤੂੰ ਆਸਟ੍ਰੇਲੀਆ ਕੰਨੀ ਨੂੰ ਜਾ, ਤੂੰ ਇੱਧਰ ਨੂੰ ਕਿੱਥੇ ਪੈ ਗਿਆ। ਬਟ ਮੈਂ ਜਦੋਂ ਉਹਦੇ ਕੰਮ ਸ਼ੁਰੂ ਕੀਤਾ, ਪਹਿਲਾਂ ਮੈਂ ਕੀਤਾ ਫੂਡ ਵੈਨ ਤੋਂ ਸ਼ੁਰੂ ਕੀਤਾ ਸੀਗਾ। ਛੋਟਾ ਸੀਗਾ ਕੰਮ, ਕੰਸੈਪਟ ਛੋਟਾ ਤੋਂ ਸ਼ੁਰੂ ਕੀਤਾ, ਕਿਉਂਕਿ ਵੱਡੇ ਤੋਂ ਸ਼ੁਰੂ ਕਰਦੇ ਤੇ ਔਖਾ ਹੁੰਦਾ ਜੀ। ਤੇ ਛੋਟੇ ਤੋਂ ਸ਼ੁਰੂ ਕੀਤਾ, ਤੇ ਅੱਜ ਵਧੀਆ, ਅੱਜ ਉਰੇ ਦੀ ਰੈਂਟ ਤੇ ਵੀ ਲਿਆ ਹੋਇਆ, ਠੀਕ ਹੈ। ਪਹਿਲਾਂ ਸਾਡੀ 2 ਜਗ੍ਹਾ ਹੋਰ ਸੀਗੀ ਸਟਾਲ ਸੀਗੀ, ਤੇ ਪਰ ਕੋਵਿਡ ਦੇ ਕਰਕੇ ਮੈਮ ਉਹ ਬੰਦ ਕਰਨੀ ਪਈ ਸਾਨੂੰ। ਤੇ ਹੁਣ ਮਤਲਬ ਰਿਸਪੌਂਸ ਬਹੁਤ ਜ਼ਿਆਦਾ ਹੈਗਾ। ਜਿੱਥੇ ਪਹਿਲਾਂ 82 ਸੈਕਟਰ ਲਾਉਂਦੇ ਸੀਗੇ ਮੋਹਾਲੀ 에ਅਰਪੋਰਟ ਰੋਡ ਤੇ 91 ਲਾਉਂਦੇ ਸੀਗੇ, ਉੱਥੋਂ ਦੀ ਵੀ ਰਿਸਪੌਂਸ ਹੈ। ਤੇ ਹੁਣ ਅਸੀਂ ਥੋੜੇ ਦਿਨਾਂ ਤੱਕ, ਹੋਰ ਮਹੀਨੇ 2 ਮਹੀਨੇ ਤੱਕ ਰੀਓਪਨ ਕਰਾਂਗੇ ਦੁਬਾਰਾ ਫਿਰ ਉਹ ਪਹਿਲਾਂ ਵਾਲਾ ਆਪਣਾ ਸਟਾਲ ਜਿੱਥੇ ਸੀਗਾ। ਯਾਨੀ ਕਿ ਮੋਹਾਲੀ ਦੇ ਵਿੱਚ ਵੀ ਸਾਨੂੰ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਖਾਣ ਨੂੰ? ਹਾਂਜੀ ਮੈਮ, ਮੋਹਾਲੀ ਦੇ ਵਿੱਚ ਵੀ ਮਿਲੇਗਾ, ਕਿਉਂਕਿ ਮੋਹਾਲੀ ਦੇ ਲੋਕਾਂ ਦਾ ਬਹੁਤ ਰਿਸਪੌਂਸ ਹੈ। ਉਰੇ ਵੀ ਆਉਂਦੇ ਨੇ, ਕਾਲਿੰਗ ਵਗੈਰਾ, ਫੋਨ ਵਗੈਰਾ ਆਉਂਦੇ ਨੇ ਉਹਨਾਂ ਦੇ, ਤੇ ਉਹਨਾਂ ਨੂੰ ਚੀਜ਼ਾਂ ਨੂੰ ਦੇਖਦੇ ਹੋਏ ਕਿ ਬਸ ਹੁਣ ਸਟਾਰਟ ਕਰਾਂਗੇ ਮੈਮ। ਤਾਂ ਬਿਲਕੁਲ ਬਹੁਤ ਸਾਰੀਆਂ ਵੈਰਾਈਟੀਆਂ ਜੋ ਨੇ ਇਹਨਾਂ ਦੇ ਵੱਲੋਂ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਗਾਹਕ ਵੀ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਵੱਡੀ ਗਿਣਤੀ ਦੇ ਵਿੱਚ ਇੱਥੇ ਖੜੇ ਹੋਏ ਨੇ, ਤੇ ਵੱਖੋ ਵੱਖਰੀ ਜੋ ਸਮੱਗਰੀ ਇੱਥੋਂ ਲੈਣ ਦੀ ਜੋ ਕੋਸ਼ਿਸ਼ ਕਰਦੀਆਂ। ਤਾਂ ਭਾਜੀ ਕੀ ਸਮਾਨ ਜੋ ਹੈ ਤੁਹਾਡੇ ਵੱਲੋਂ ਲੋਕਾਂ ਤੱਕ ਪਹੁੰਚਾਇਆ ਜਾਂਦਾ ਹੈ? ਮੈਮ ਆਪਣੇ ਕੋਲ ਇੱਕ ਗੁੜ ਦੀ ਟਿੱਕੀ ਹੁੰਦੀ ਹੈ ਸਪੈਸ਼ਲ, ਇਹਦੇ ਵਿੱਚ ਸਾਰਾ ਡਰਾਈ ਫਰੂਟ ਹੁੰਦਾ, ਦੇਸੀ ਘੀ ਹੁੰਦਾ, ਤੇ ਬਾਕੀ ਹੋਰ ਮਟੀਰੀਅਲ ਹੁੰਦਾ, ਤੇ ਹੋਮਮੇਡ ਪਿਕਲਸ ਹੋ ਗਏ ਆਪਣੇ ਸਾਰੇ, ਤੇ ਆਪਣੇ ਕੋਲ ਦੇਸੀ ਘੀ ਆ ਖੁਦ ਘਰ ਦਾ, ਹੋਮਮੇਡ ਹਲਦੀ ਆ ਆਪਣੇ ਕੋਲ, ਤੇ ਬਾਕੀ ਸਾਗ ਮੱਕੀ ਦੀ ਰੋਟੀ ਹੋ ਗਿਆ, ਕੜੀ ਚਾਵਲ ਹੋ ਗਏ, ਚਾਟੀ ਵਾਲੀ ਲੱਸੀ ਦੀ ਕੜੀ ਬਣਦੀ ਆ ਆਪਣੇ, ਤੇ ਚੂਰੀ ਵਾਲਾ ਲੱਡੂ ਹੋ ਗਿਆ, ਤੇ ਬਾਕੀ ਗੁੜ ਸ਼ੱਕਰ ਹੋ ਗਏ, ਚਾਹ ਵਾਲੇ ਜਿਹਦੀ ਚਾਹ ਨਹੀਂ ਫੜਦੀ, ਇਹ ਮਤਲਬ ਇਹ ਜਿਵੇਂ ਮਰਜ਼ੀ ਇਹਨੂੰ ਚਾਹ ਦੇ ਵਿੱਚ ਪਾ ਲਓ, ਚਾਹ ਨਹੀਂ ਫੜਦੀ ਇਹਦੀ, ਮਤਲਬ ਇਦਾਂ ਦੀਆਂ ਆਈਟਮਾਂ ਹੁੰਦੀਆਂ ਆਪਣੇ ਕੋਲ। ਗੁੜ ਵਾਲੀ ਚਾਹ ਵੀ ਲੋਕਾਂ ਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ? ਹਾਂਜੀ ਮੈਮ, ਹਾਂਜੀ, ਗੁੜ ਵਾਲੀ ਚਾਹ ਵੀ ਪ੍ਰੋਵਾਈਡ ਕਰਦੇ ਆ, ਤੇ ਬਾਕੀ ਸਾਰਾ ਇਹ ਸਮਾਨ ਹੁੰਦਾ ਮੋਸਟਲੀ।
ਬਿਲਕੁਲ ਭਾਜੀ, ਜਿਵੇਂ ਘਰਾਂ ਦੇ ਵਿੱਚ ਬੀਬੀਆਂ ਜਾਂ ਸਾਡੇ ਸੁਹਾਣੀਆਂ ਹੁੰਦੀਆਂ ਨੇ, ਉਹ ਚੁੱਲ੍ਹੇ ਦੇ ਵਿੱਚ ਸਵੇਰ ਤੋਂ ਹੀ ਜੋ ਸਾਗ ਹੁੰਦਾ ਉਹਨੂੰ ਰਾੜਨਾ ਸ਼ੁਰੂ ਕਰ ਦਿੰਦੀਆਂ ਨੇ, ਸ਼ਾਮ ਤੱਕ ਉਹ ਸਾਗ ਇੱਕਦਮ ਵਧੀਆ ਬਣ ਜਾਂਦਾ। ਹੁਣ ਮਾਡਰਨ ਯੁੱਗ ਆ ਗਿਆ, ਲੋਕੀ ਜੋ ਹੈ ਚੁੱਲ੍ਹੇ ਦਾ ਸਾਗ ਖਾਣ ਦੀ ਬਜਾਏ ਕਹਿੰਦੇ ਆ ਫਟਾਫਟ ਗੈਸ ਤੇ ਬਣਾਓ, ਮਿਕਸੀ 'ਚ ਗ੍ਰਾਈਂਡ ਕਰੋ ਤੇ ਬਣ ਜਾਂਦਾ ਹੈ। ਤੇ ਤੁਸੀਂ ਜੋ ਹੈ ਚੁੱਲ੍ਹੇ ਵਾਲਾ ਜੋ ਸਾਗ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਇਸ ਦੇ ਵਿੱਚ ਜੋ ਪਰਿਵਾਰ ਦੇ ਵੱਲੋਂ ਕਿੰਨਾ ਕੁ ਸਹਿਯੋਗ ਦਿੱਤਾ ਜਾਂਦਾ? ਮੈਮ ਪਰਿਵਾਰ ਸਾਰਾ ਹੀ ਲੱਗਿਆ ਹੋਇਆ ਜੀ। ਘਰੇ ਸਵੇਰ ਤੋਂ ਲੱਗ ਜਾਂਦੇ ਅਗਲੇ ਦਿਨ ਦਾ ਸਾਗ ਬਣਾਉਣ। ਤੇ ਜਿਵੇਂ ਕੱਲ੍ਹ ਨੂੰ ਸਾਗ ਬਣ ਕੇ ਆਣਾ, ਉਹ ਅੱਜ ਲੱਗ ਗਏ ਆ ਸਵੇਰ ਤੋਂ 10 ਵਜੇ ਤੋਂ ਸ਼ਾਮ ਤੱਕ ਉਹ ਬਣੇਗਾ ਤੇ ਸਵੇਰੇ ਉਹਨੂੰ ਤੜਕਾ ਲੱਗੇਗਾ ਤਾਂ ਇੱਥੇ ਆਏਗਾ। ਮਤਲਬ ਬਹੁਤ ਜ਼ਿਆਦਾ ਮਿਹਨਤ ਹੈ ਇਸ 'ਚ, ਪੂਰਾ ਪਰਿਵਾਰ ਇਹ ਸਾਡਾ ਲੱਗਿਆ ਹੋਇਆ। ਪਰਿਵਾਰ ਦੇ ਵਿੱਚ ਕੌਣ-ਕੌਣ ਹੈ? ਪਰਿਵਾਰ ਦੇ ਵਿੱਚ ਮੇਰੇ ਮਦਰ ਨੇ, ਮੇਰੇ ਫਾਦਰ ਨੇ ਤੇ ਬਾਕੀ ਸਾਰੇ ਇਹਦੇ ਅਮਨ ਦੇ ਸਾਰੇ ਘਰ ਦੇ ਲੱਗੇ ਹੋਏ ਨੇ। ਤੇ ਬਿਲਕੁਲ ਅਮਨ ਜੀ, ਹੁਣ ਜੀ ਨਹੀਂ ਕਰਦਾ ਵੀ ਇੱਥੋਂ ਛੱਡ ਕੇ ਮੈਂ ਆਪਣੀ ਵਾਈਫ ਕੋ ਆਸਟ੍ਰੇਲੀਆ ਚਲੇ ਜਾਵਾਂ? ਦਿਲ ਤਾਂ ਬਹੁਤ ਕਰਦਾ, ਪਰ ਇੱਥੇ ਵੀ ਆਪਣਾ ਕਿਤੇ ਨਾ ਕਿਤੇ ਸੈਟਅਪ ਪੂਰਾ ਹੋਇਆ ਪਿਆ ਜੀ। ਇਹ ਵੀ ਚੀਜ਼ ਛੱਡ ਕੇ ਜਾਣ ਨੂੰ ਦਿਲ ਨਹੀਂ ਕਰਦਾ। ਹਾਂ ਜਾਵਾਂਗੇ, ਘੁੰਮ ਫਿਰ ਕੇ ਆਵਾਂਗੇ ਉੱਥੇ, ਬਟ ਪਹਿਲਾਂ ਓਪਰਚੁਨਿਟੀ ਤਾਂ ਇੱਥੇ ਹੀ ਹੈ ਜੀ। ਪਹਿਲਾਂ ਤਾਂ ਭਾਜੀ ਇੱਕ ਚੀਜ਼ ਇਹ ਵੀ ਆਪਣੇ ਸਾਡੇ ਪੰਜਾਬੀਆਂ ਦੇ ਵਿੱਚ ਵੇਖਣ ਨੂੰ ਮਿਲਦੀ ਹੈ, ਜਦੋਂ ਕੋਈ ਪੰਜਾਬ ਦਾ ਪੁੱਤ ਇਹ ਕਹਿੰਦਾ ਵੀ ਅਸੀਂ ਇਦਾਂ ਦਾ ਕੰਮ ਸ਼ੁਰੂ ਕਰਨਾ ਹੈ, ਸਭ ਤੋਂ ਪਹਿਲਾਂ ਘਰ ਦੇ ਹੀ ਨੋਕ-ਝੋਕ ਕਰਨ ਲੱਗ ਜਾਂਦੇ ਆ, ਉਸ ਤੋਂ ਬਾਅਦ ਰਿਸ਼ਤੇਦਾਰੀ ਕਰਨ ਲੱਗ ਜਾਂਦੇ ਆ ਵੀ ਤੁਸੀਂ ਕਿਹੜੇ ਕੰਮਾਂ 'ਚ ਪੈ ਗਏ। ਤੁਸੀਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਜਦੋਂ ਇਹ ਕੰਮ ਸ਼ੁਰੂ ਕਰਨ ਲੱਗੇ ਸੀ ਤੇ ਰਾਹ ਦੇ ਵਿੱਚ ਕੋਈ ਇਦਾਂ ਦੀ ਅਖਿਆਈ ਆਈ ਹੋਵੇ ਜਿਸ ਤੋਂ ਲੱਗਿਆ ਹੋਵੇ ਵੀ ਮਨਾ ਨਹੀਂ ਹੁਣ ਪਿੱਛੇ ਹਟ ਜਾ, ਵੀ ਨਾ ਕੋਈ ਸਾਥ ਨਹੀਂ ਦੇ ਰਿਹਾ? ਮੈਮ ਬਹੁਤ ਔਖਾ ਹੁੰਦਾ ਜੀ, ਕਿਉਂਕਿ ਪਹਿਲਾਂ ਜੋਬ ਹੀ ਕੀਤੀ ਹੈ, JW 'ਚ ਕੀਤੀ ਹੈ, ਕਵਾਨਾ ਆਊਟਫਿਟ 'ਚ ਕੀਤੀ ਹੈ ਇਹਦੇ 'ਚ। ਤੇ ਬਟ ਜਦੋਂ ਆਪਣਾ ਸ਼ੁਰੂ ਕੀਤਾ ਪਹਿਲਾਂ ਉਹ ਔਖਾ ਤਾਂ ਬਹੁਤ ਆਇਆ ਜੀ। ਕਾਰਪੋਰੇਸ਼ਨ ਦੀ ਬਹੁਤ ਦਿੱਕਤ ਆਈ, ਈਵਨ ਕਿ ਉਰੇ ਚੰਡੀਗੜ੍ਹ ਪੁਲਿਸ ਦੀ ਬਹੁਤ ਦਿੱਕਤ ਆਈ। ਬਟ ਹੌਲੀ ਹੌਲੀ ਜਦੋਂ ਉਹਨਾਂ ਨੇ ਟੇਸਟ ਕੀਤਾ ਆਪਣਾ ਖਾਣਾ ਤੇ ਉਹਨਾਂ ਨੂੰ ਲੱਗਿਆ, ਰਿਅਲਾਈਜ਼ ਹੋਇਆ ਕਿ ਹਾਂ ਭਾਈ ਉਰੇ ਦੇਖਿਆ ਜਾਵੇ ਸਾਰੀ ਬੈਲਟ ਹੈ ਜਿਹੜੀ ਇੱਦਾਂ, ਈਵਨ ਕਿ ਇਹ ਇੰਡਸਟਰੀਅਲ ਏਰੀਆ ਵਾਲੀ ਤੇ 28 ਵਾਲੀ ਸਾਰੇ ਭਈਏ ਬੈਠੇ ਨੇ ਉਰੇ ਜੀ। ਠੀਕ ਹੈ, ਸਾਰੇ ਆਹੀ ਭਟੂਰੇ ਛੋਲੇ ਖਵਾ ਰਹੇ ਨੇ। ਉਹਨੇ ਜਦ ਖਾਣਾ ਦੇਖਿਆ, ਖਾ ਕੇ ਦੇਖਿਆ ਕਿ ਬਾਕੀ ਉਹਨਾਂ ਨੂੰ ਹੋਇਆ ਕਿ ਹਾਂ ਬਾਈ ਮੁੰਡਿਆਂ ਦੀ ਮਿਹਨਤ ਹੈਗੀ ਆ। ਤੇ ਬਸ ਮੈਂ ਉਦੋਂ ਤੋਂ ਬਾਅਦ ਫਿਰ ਨਹੀਂ ਪਿੱਛੇ ਹਟੇ ਜੀ, ਫਿਰ ਲੱਗੇ ਰਹੇ ਜੀ। ਬਾਕੀ ਹਾਂਜੀ ਆਪਣੇ ਆਪ ਨੂੰ ਹੀ ਫੀਲ ਹੋਇਆ ਸੀ ਪਹਿਲਾਂ ਤਾਂ ਕਿ ਪੜ੍ਹ ਲਿਖ ਕੇ ਫਿਰ ਅਸੀਂ ਇਹ ਕਰਕੇ ਹੈ ਨਾ ਕਿ ਕੀ ਕੰਮ ਛੋਟੇ ਜਿਹੇ ਕਨਸੈਪਟ ਤੋਂ ਸ਼ੁਰੂ ਕਰਨ ਲੱਗੇ ਆ। ਬਟ ਫਿਰ ਮੈਮ ਹੋਇਆ ਕਿ ਵੱਡਾ ਕਰਨਾ ਨਹੀਂ ਹੈ, ਹੋਣਾ ਨਹੀਂ ਹੈਗਾ, ਵੱਡੇ ਦੀ ਹਿੰਮਤ ਨਹੀਂ ਪੈਂਦੀ ਕਿ ਛੋਟਾ ਆਪਾਂ ਕਰੀਏ ਨਾ। ਫਿਰ ਉਸ ਚੀਜ਼ ਦੇਖ ਕੇ ਮੈਮ ਨਾਲੇ ਨਸ਼ੇ ਪੱਤੇ ਤੋਂ ਦੂਰ ਰਹਿ ਕੇ ਮੈਮ ਕੰਮ 'ਚ ਲੱਗਿਆ ਰਹਿੰਦਾ ਬੰਦਾ, ਧਿਆਨ ਇੱਧਰ ਰਹਿੰਦਾ ਜੀ। ਕੋਈ ਖਾਈ ਪੀ ਦਾ ਕੋਈ ਨਸ਼ਾ ਪੱਤਾ ਨਹੀਂ ਹੁੰਦਾ ਜੀ, ਤੇ ਤਾਂ ਕਰਕੇ ਉੱਧਰ ਧਿਆਨ ਨਹੀਂ ਜਾਂਦਾ ਜੀ। ਬਿਲਕੁਲ ਭਾਜੀ, ਫਤਿਹਗੜ੍ਹ ਸਾਹਿਬ ਤੋਂ ਤੁਸੀਂ ਤਿਆਰ ਕਰਕੇ ਸਰੋਂ ਦਾ ਸਾਗ ਇੱਥੇ ਲੈ ਕੇ ਆਉਂਦੇ ਹੋ ਤੇ ਹਰ ਰੋਜ਼ ਤੁਸੀਂ ਘਰ ਜਾਂਦੇ ਹੋ, ਤਿਆਰ ਕਰਦੇ ਹੋ ਤਾਂ ਫਿਰ ਇੱਥੇ ਲੈ ਕੇ ਆਉਂਦੇ ਹੋ? ਹਾਂਜੀ ਮੈਮ, ਅਪ ਡਾਊਨ ਕਰੀਦਾ ਜੀ, ਡੇਲੀ ਅਪ ਡਾਊਨ ਕਰੀਦਾ, ਕਿਉਂਕਿ ਇੱਥੇ ਰਹਿਣ ਬਾਰੇ ਸੋਚਿਆ ਵੀ ਸੀਗਾ ਅਸੀਂ ਬਹੁਤ, ਬਟ ਇਹ ਚੀਜ਼ ਇੱਥੋਂ ਨਹੀਂ, ਸਾਡੇ ਤੋਂ ਨਹੀਂ ਬਣਨੀ ਹੈਗੀ। ਅਸੀਂ ਸੋਚਿਆ ਵੀ ਸੀ ਪਹਿਲਾਂ ਕਿ ਇੱਥੇ ਰਹਿ ਕੇ ਅਸੀਂ ਇੱਥੇ ਹੀ ਬਣਾਈਏ, ਪਰ ਨਹੀਂ ਮੈਮ, ਜੋ ਘਰ ਦੀ ਸਵਾਦ ਹੈ, ਘਰ ਦਾ ਚੀਜ਼ ਹੈ, ਉਹ ਇੱਥੇ ਨਹੀਂ ਬਣਦੀ ਹੈਗੀ ਜੀ। ਤਾਂ ਤੁਸੀਂ ਇਸ ਕੰਮ ਦੀ ਸ਼ੁਰੂਆਤ ਕੀਤੀ ਤਾਂ ਤੁਸੀਂ 2 ਭਰਾ ਸੀਗੇ ਤੇ ਅੱਜ ਤੁਹਾਡੇ ਥੱਲੇ ਕਿੰਨੇ ਕਰਮਚਾਰੀ ਕੰਮ ਕਰਦੇ ਹੋ? ਮੈਮ ਇਹ ਵੀ ਫੈਮਿਲੀ ਹੋਏ, ਕਰਮਚਾਰੀ ਵੀ ਸਾਡੇ ਨਾਲ ਮੈਮ 3 ਮੁੰਡੇ ਹੈਗੇ ਨੇ ਜੀ ਹੁਣ ਰੱਖੇ ਹੋਏ, ਤੇ ਇਹ ਵਾਲੇ ਤੇ ਬਾਕੀ ਜਿਹੜੇ 2 ਸੀਗੇ ਉਹ ਫਿਲਹਾਲ ਵਾਲੇ ਬੰਦ ਕੀਤੇ ਹੋਏ ਨੇ ਆਊਟਲੈਟ, ਤੇ ਹੁਣ ਅੱਗੇ ਸ਼ੁਰੂ ਕਰਾਂਗੇ ਜੀ। ਹੁਣ ਜਿਵੇਂ ਰਿਸਪੌਂਸ ਹੈਗਾ, ਪਹਿਲਾਂ ਤਾਂ ਕੋਵਿਡ ਦੇ ਕਰਕੇ ਸਾਨੂੰ ਬੰਦ ਕਰਨਾ ਪਿਆ, ਤੇ ਬਟ ਹੁਣ ਜਿਵੇਂ ਹੈਗੀ ਗਾਈਡਲਾਈਨ ਵੀ ਹੌਲੀ ਹੌਲੀ ਖੁੱਲ੍ਹੇ ਗਿਆ ਸਾਰਾ ਕੁਝ, ਤੇ ਹੁਣ ਅਸੀਂ ਖੋਲ੍ਹ ਦਾਂਗੇ ਮੈਮ ਦੁਬਾਰਾ। ਬਿਲਕੁਲ, ਤਾਂ ਕੀ ਜੋ ਪੰਜਾਬੀ ਰਸੋਈ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਖੁੱਲੀ ਰਹਿੰਦੀ ਹੈ? ਹਾਂਜੀ ਮੈਮ, ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਹੁੰਦੀ ਹੈ, 5-6 ਵਜੇ ਤੱਕ ਹੀ। ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਪਿੱਛੇ ਜੋ ਕਰਮਚਾਰੀ ਜੋ ਇਹਨਾਂ ਦੇ ਵੱਲੋਂ ਅਧਿਕਾਰੀ ਲਗਾਏ ਹੋਏ ਨੇ, ਉਹ ਵੀ ਜੋ ਹੈ ਇੱਕ ਪਾਸੇ ਮੱਕੀ ਦੀ ਰੋਟੀ ਤਿਆਰ ਕੀਤੀ ਜਾ ਰਹੀ ਹੈ, ਦੂਜੇ ਪਾਸੇ ਹੋਰ ਸਬਜ਼ੀਆਂ ਜੋ ਹੈ ਸਾਰਾ ਸਮਾਨ ਪੂਰੀ ਸਾਫ਼ ਸਫਾਈ ਦਾ ਧਿਆਨ ਰੱਖਿਆ ਜਾਂਦਾ ਹੈ। ਕੜੀ ਦਾ ਜੋ ਚਾਵਲ ਉਸ ਵੀ ਜੋ ਹੈ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ, ਕਿਉਂਕਿ ਇੱਥੇ ਦੀ ਜੋ ਜ਼ਿੰਦਗੀ ਆ ਉਹ ਕਾਫੀ ਭੱਜ ਤੋੜ ਦੀ ਜ਼ਿੰਦਗੀ ਹੁੰਦੀ ਹੈ ਤੇ ਲੋਕਾਂ ਦੇ ਕੋਲ ਆਪਣੇ ਲਈ ਖਾਣਾ ਬਣਾਉਣ ਦਾ ਵੀ ਸਮਾਂ ਨਹੀਂ ਹੁੰਦਾ, ਤੇ ਇਸ ਕਰਕੇ ਲੋਕਾਂ ਦੇ ਲਈ ਇੱਕ ਨਵੇਕਲੀ ਪਹਿਲ ਕੀਤੀ ਗਈ ਹੈ ਤਾਂ ਕਿ ਘਰ ਦਾ ਖਾਣਾ ਜੋ ਹੈ ਇਹਨਾਂ ਤੱਕ ਪਹੁੰਚਾਇਆ ਜਾ ਸਕੇ ਅਤੇ ਲੋਕ ਵੀ ਇਸ ਨੂੰ ਖਾ ਕੇ ਕਦੀ ਉਹਨਾਂ ਨੂੰ ਇਹ ਮਹਿਸੂਸ ਨਾ ਹੋਵੇ ਵੀ ਅਸੀਂ ਰੋਜ਼ਗਾਰ ਦੀ ਖਾਤਰ ਘਰੋਂ ਬਾਹਰ ਖੜੇ ਆ, ਪਰ ਜੋ ਖਾਣਾ ਹੈ ਉਹ ਘਰ ਦਾ ਸਵਾਦ ਮਿਲ ਸਕੇ। ਤਾਂ ਭਾਜੀ ਕੁਝ ਨੌਜਵਾਨ ਅਜਿਹੇ ਵੀ ਹੁੰਦੇ ਨੇ ਜੋ ਕਹਿੰਦੇ ਨੇ ਵੀ ਅਸੀਂ ਇੱਥੇ ਸਾਡਾ ਕੁਝ ਨਹੀਂ ਬਣਨਾ। ਤੁਸੀਂ ਵੀ ਹੋਟਲ ਮੈਨੇਜਮੈਂਟ ਦੀ ਡਿਗਰੀ ਕੀਤੀ, ਵਿਦੇਸ਼ੀ ਧਰਤੀ ਤੇ ਵੀ ਤੁਸੀਂ ਜਾ ਕੇ ਰਹੇ ਹੋ, ਤੁਹਾਡੇ ਮਿਸਿਸ ਵੀ ਬਾਹਰ ਰਹਿੰਦੇ ਨੇ, ਤਾਂ ਉਹ ਲੋਕ ਕਹਿੰਦੇ ਨੇ ਵੀ ਜੋ ਸਾਡਾ ਲਾਈਫ ਸੈੱਟ ਹੋਣੀ ਹੈ ਉਹ ਵਿਦੇਸ਼ 'ਚ ਹੀ ਹੋਣੀ ਹੈ, ਸਾਡਾ ਇੱਥੇ ਕੰਮ ਨਹੀਂ ਸੈੱਟ ਹੋਣਾ। ਉਹਨਾਂ ਨੂੰ ਕੀ ਕਹੋਗੇ? ਮੈਮ ਉਹ ਵੀ ਆਪਣੀ ਜਗ੍ਹਾ ਕਿਤੇ ਨਾ ਕਿਤੇ ਸਹੀ ਨੇ ਜੀ, ਕਿਉਂਕਿ ਦੇਖਿਆ ਜਾਵੇ ਮੈਂ ਹੁਣ ਸ਼ੁਰੂ ਕੀਤਾ ਸੀ, ਮੈਨੂੰ ਰਿਸਪੌਂਸ ਨਾ ਉਰੇ ਵਧੀਆ ਮਿਲਦਾ, ਮੈਂ ਵੀ ਉੱਥੇ ਹੀ ਜਾਂਦਾ ਜੀ। ਤੇ ਇਹੀ ਹੈ ਕਿ ਉਰੇ ਪਹਿਲਾਂ ਹਿੰਮਤ ਕਰਨੀ ਚਾਹੀਦੀ ਹੈ, ਹਿੰਮਤ ਮਾਰਨੀ ਚਾਹੀਦੀ ਹੈ, ਕੰਮ ਕਰਨਾ ਚਾਹੀਦਾ ਮੈਮ। ਤੇ ਉਹ ਤੋਂ ਬਾਅਦ ਜੇ ਨਹੀਂ ਕਿਤੇ ਸੈੱਟ ਲੱਗਦਾ ਫਿਰ ਤਾਂ ਹੈਗੀ ਆਪਸ਼ਨ ਆਪਣੇ ਕੋਲ ਬਾਹਰਲੀ, ਫਿਰ ਤਾਂ ਜਾਣਾ ਹੀ ਜਾਣਾ ਜੀ। ਕੁਝ ਲੋਕ ਇਹ ਵੀ ਹੁੰਦੇ ਨੇ ਕਹਿੰਦੇ ਵੀ ਪੜ੍ਹੀਏ ਲਿਖੀਏ ਚਾਹੇ ਥੋੜਾ ਬਹੁਤ, ਪਰ ਜੇ ਜਾਣਾ ਤਾਂ ਵਿਦੇਸ਼ ਹੀ ਜਾਣਾ, ਇੱਥੇ ਰਹਿਣਾ ਹੀ ਨਹੀਂ ਹੈਗਾ। ਹਾਂਜੀ, ਈਵਨ ਕਿ ਮੇਰੇ ਫਰੈਂਡ ਸਰਕਲ 'ਚ ਹੈਗੇ ਨੇ ਜੀ,
ਮੇਰਾ ਫਰੈਂਡ ਸੀਗਾ ਪੁਣੀਆ ਸੀਗਾ ਜੀ, ਸਤਵਿੰਦਰ ਪੁਣੀਆ, ਉਹ ਮੇਰੇ ਨਾਲ ਪਹਿਲਾਂ ਬਾਹਰ ਵੀ ਸੀਗਾ, ਬਟ ਉਰੇ ਉਹ ਬੰਦੇ ਨੇ ਮੈਂ 2017 ਚ ਜਾਣੀ ਕਿ ਉਹ ਮੇਰੇ ਨਾਲ ਹੀ ਵਾਪਸ ਆ ਗਿਆ ਸੀਗਾ ਜੀ। ਉਹ ਤੋਂ ਬਾਅਦ ਉਹਨੇ ਹੁਣ ਗਿਆ ਜੀ ਜਨਵਰੀ ਚ 2022 ਚ ਗਿਆ ਜੀ, ਕਿਉਂਕਿ ਹੱਥ ਤਾਂ ਸਾਡਾ ਵੀ ਟਾਈਟ ਹੈ ਇੰਗਲਿਸ਼ ਚ, ਤੇ ਉਹਨੂੰ 4 ਸਾਲ ਲੱਗ ਗਏ ਮੈਮ 6.5 ਬੈਂਡ 7 ਬੈਂਡ ਲੈਣ ਨੂੰ। ਮਤਲਬ ਕਿ ਉਹਨੇ ਇਹ ਸੀਗਾ ਏਮ ਸੀਗਾ ਕਿ ਉਹਨੇ ਕਿ ਜਾਣਾ ਬਾਹਰ ਹੈ ਜੀ, ਮਤਲਬ ਹੁਣ ਕੈਨੇਡਾ ਬੈਠਾ, ਠੀਕ ਹੈ ਜੀ, ਸਟੋਰੀਆਂ ਪਾਉਂਦਾ ਕਹਿੰਦਾ, ਤੇ ਠੀਕ ਹੈ ਜੀ। ਤੁਸੀਂ ਵੀ ਵਿਦੇਸ਼ ਜਾ ਕੇ ਆਏ ਹੋ, ਉੱਥੋਂ ਦੀ ਲਾਈਫ ਦੇ ਵਿੱਚ ਤੇ ਇੱਥੋਂ ਦੀ ਲਾਈਫ ਦੇ ਵਿੱਚ ਕਿੰਨਾ ਕੁ ਫਰਕ ਹੈ, ਜਾਂ ਕਿੱਥੋਂ ਦੀ ਲਾਈਫ ਜ਼ਿਆਦਾ ਵਧੀਆ? ਮੈਮ ਲਾਈਫ ਤਾਂ ਸੇਮ ਹੀ ਹੈ ਜੀ। ਉੱਥੇ ਆਏ ਆ ਕਿ ਇੱਕ ਦੇ ਕੀ ਕਹਿੰਦੇ ਆ 60 ਬਣਦੇ ਆ ਜੀ, ਤੇ ਬੰਦੇ ਨੂੰ ਹਿੰਮਤ ਜੀ ਪੈ ਜਾਂਦੀ ਹੈ। ਤੇ ਹਾਂ ਇਹ ਗੱਲ ਹੈਗੀ ਹੈ ਜੀ, ਉੱਥੇ ਮੁੱਲ ਹੈਗਾ, ਮਿਹਨਤ ਦਾ ਮੁੱਲ ਜ਼ਰੂਰ ਮਿਲਦਾ। ਤੇ ਈਵਨ ਕਿ ਇੱਥੇ ਅਸੀਂ ਕਰਦੇ ਆ, ਇੱਥੇ ਵੀ ਠੀਕ ਹੈ, ਇੱਥੇ ਥੋੜਾ ਉੱਥੇ ਮਤਲਬ ਜ਼ਿਆਦਾ ਹੈ ਮੁੱਲ, ਤੇ ਆਹੀ ਡਿਫਰੈਂਸ ਹੈ ਮੈਮ। ਤੇ ਲਾਈਫ ਸਟਾਈਲ ਵਧੀਆ ਉੱਥੇ ਥੋੜਾ ਜਿਹਾ, ਤੇ ਇੱਥੇ ਵੀ ਠੀਕ ਹੈ, ਇੱਥੇ ਘਰਦਿਆਂ ਕੋਲ ਹੈਗੇ ਆਪਾਂ, ਮਤਲਬ ਕਿ ਉਰੇ ਵੀ ਸਭ ਕੁਝ ਮਿਲ ਸਕਦਾ ਜੇ ਮਿਹਨਤ ਕਰੀਏ, ਠੀਕ ਹੈ। ਤੇ ਸਹੀ ਹੈ ਮੈਮ, ਦੋਨੋਂ ਪਾਸੇ ਠੀਕ ਹੈ ਜੀ। ਤੁਸੀਂ ਇਹ ਕਈ ਤਰ੍ਹਾਂ ਦਾ ਸਮਾਨ ਜੋ ਖਾਣਾ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਜਿੰਨਾ ਖਰਚਾ ਹੁੰਦਾ ਉਨੀ ਆਮਦਨੀ ਹੋ ਜਾਂਦੀ ਹੈ, ਘਰ ਦਾ ਗੁਜ਼ਾਰਾ ਚੱਲ ਜਾਂਦਾ ਹੈ? ਹਾਂ ਮੈਮ ਵਧੀਆ ਚੱਲਦਾ ਜੀ, ਵਧੀਆ ਐਨ ਵਧੀਆ ਠੀਕ ਹੈ ਜੀ, ਸਭ ਕੁਝ ਵਧੀਆ ਚੱਲਦਾ ਜੀ, ਤਾਂ ਹੀ ਮੈਮ ਕਰ ਰਹੇ ਹਾਂ, ਨਹੀਂ ਤਾਂ ਤੁਹਾਨੂੰ ਬਾਹਰੇ ਬੈਠੇ ਹੁੰਦੇ ਆਪਾਂ ਵੀ। ਤੇ ਐਂ ਹੈ ਕਿ ਠੀਕ ਹੈ, ਸਭ ਕੁਝ ਵਧੀਆ ਚੱਲਦਾ ਜੀ। ਤੇ ਆਪਾਂ ਤਾਂ ਆਹੀ ਕਹਿੰਦੇ ਆ ਕਿ ਨੌਜਵਾਨਾਂ ਨੂੰ, ਮੁੰਡਿਆਂ ਨੂੰ, ਆਪਣਿਆਂ ਨੂੰ ਕੀ ਕਰੋ ਮਿਹਨਤ, ਠੀਕ ਹੈ, ਵਧੀਆ ਚੱਲਦਾ ਉਰੇ। ਫੂਡ ਲਾਈਨ 'ਚ ਆ ਜਾਓ, ਬਹੁਤ ਵਧੀਆ ਹੈਗਾ, ਕਿਉਂਕਿ ਆਪਾਂ ਨੂੰ ਤਾਂ ਪਤਾ ਐਕਸਪੀਰੀਅੰਸ ਹੈਗਾ ਹੁਣ ਕਿ ਜੇ ਵੱਜਦਾ ਤਾਂ ਹੀ ਆਉਂਦੇ ਜੀ ਸਵੇਰੇ, ਨਹੀਂ ਤਾਂ ਕਿਹੜਾ ਅਪ ਡਾਊਨ ਕਰਦਾ ਜੀ ਡੇਲੀ। ਤੇ ਹੈਗਾ ਮੈਂ ਵਧੀਆ ਰਿਸਪੌਂਸ ਹੈ ਇਹਦੇ 'ਚ, ਇਹ ਜੀ ਮਾੜੀ ਗੱਲ। ਬਿਲਕੁਲ, ਬਹੁਤ ਬਹੁਤ ਧੰਨਵਾਦ। ਤਾਂ ਇਹ ਸਨ ਅਮਨ ਜੀ, ਜਿਨ੍ਹਾਂ ਦੇ ਵੱਲੋਂ ਸਾਰੀ ਜਾਣਕਾਰੀ ਸਾਨੂੰ ਪੰਜਾਬੀ ਰਸੋਈ ਦੇ ਬਾਰੇ ਸਾਂਝੀ ਕੀਤੀ ਗਈ ਹੈ। ਤਾਂ JW ਦੇ ਵਿੱਚ ਜੌਬ ਕਰਦੇ ਸਨ, ਪਰ ਉਸ ਦੇ ਬਾਵਜੂਦ ਉਹਨਾਂ ਨੇ ਤਰਜੀਹ ਜੋ ਹੈ ਆਪਣੇ ਕੰਮ ਨੂੰ ਦਿੱਤੀ, ਵੀ ਵੱਡਾ ਅਸੀਂ ਕਰ ਨਹੀਂ ਸਕਦੇ ਤੇ ਛੋਟੇ ਨੂੰ ਹੱਥ ਪਾ ਲਈਏ ਤਾਂ ਕੀ ਪਤਾ ਕਿਸਮਤ ਜਾਗ ਜਾਏਗੀ। ਤਾਂ ਉਸ ਤੋਂ ਬਾਅਦ ਉਹਨਾਂ ਨੇ ਛੋਟਾ ਛੋਟਾ ਕੰਮ ਕਰਨਾ ਸ਼ੁਰੂ ਕੀਤਾ, ਤੇ ਅੱਜ ਇਹਨਾਂ ਦੀ ਚੰਡੀਗੜ੍ਹ ਦੇ ਵਿੱਚ ਇੰਡਸਟਰੀਅਲ ਏਰੀਆ ਦੇ ਵਿੱਚ ਆਪਣੀ ਜੋ ਇੱਕ ਸ਼ਾਪ ਹੈਗੀ ਹੈ, ਜਿੱਥੇ ਕਿ ਘਰ ਦਾ ਤਿਆਰ ਕੀਤਾ ਸਮਾਨ ਜੋ ਹੈ ਲੋਕਾਂ ਨੂੰ ਦਿੱਤਾ ਜਾਂਦਾ ਹੈ। ਲੋਕ ਵੀ ਬੜੇ ਚਾਅ ਦੇ ਨਾਲ ਛੋਲੇ ਭਟੂਰੇ ਜਾਂ ਪੂੜੀ ਛੋਲੇ ਖਾਣ ਦੀ ਬਜਾਏ ਇੱਥੇ ਆਉਂਦੇ ਨੇ। ਲੋਕ ਵੀ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹੋਏ ਨੇ ਤੇ ਖਾਣਾ ਖਾ ਰਹੇ ਨੇ, ਅਤੇ ਮੱਕੀ ਦਾ ਸਾਗ, ਸਰੋਂ ਦੀ ਰੋਟੀ ਦਾ ਆਨੰਦ ਮਾਣ ਰਹੇ ਨੇ। ਤਾਂ ਭਾਜੀ, ਮੱਕੀ ਦੀ ਰੋਟੀ ਸਰੋਂ ਦਾ ਸਾਗ ਖਾ ਰਹੇ ਹੋ, ਕਿੱਦਾਂ ਦਾ ਸਵਾਦ ਹੈ? ਮੈਮ ਬਹੁਤ ਵਧੀਆ ਹੈ ਜੀ। ਮੈਂ ਇਹਨਾਂ ਤੋਂ ਭਾਜੀ ਹੋਣਾ ਕੋਲੋਂ ਪਿਛਲੇ 3 ਜਾਂ 4 ਸਾਲ ਤੋਂ, ਜਦ ਇਹਨਾਂ ਦੇ ਫੂਡ ਟਰੱਕ ਸਟਾਰਟ ਹੋਏ ਸੀਗੇ, ਮੈਂ ਤਦ ਦਾ ਇਹਨਾਂ ਤੋਂ ਖਾ ਰਿਹਾ। ਫਰੋਮ ਲਾਸਟ 1 ਈਅਰ ਆਈ ਵਾਜ਼ ਆਊਟ ਸਟੇਸ਼ਨ, ਮੈਂ ਜਿੱਦਾਂ ਹੀ ਵਾਪਸ ਆਇਆ ਦੈਨ ਆਈ ਮੂਵ ਬੈਕ ਟੂ ਹੇਅਰ। ਯਾਨੀ ਕਿ ਚਸਕਾ ਪੈ ਗਿਆ ਸਵਾਦ ਦਾ ਬਹੁਤ ਜ਼ਿਆਦਾ, ਕਿਉਂਕਿ ਆਪਾਂ ਬੇਸਿਕਲੀ ਪਿੰਡਾਂ ਤੋਂ ਹੀ ਹੈਗੇ ਆ, ਇਹ ਚੀਜ਼ਾਂ ਬਹੁਤ ਘੱਟ ਮਿਲਦੀਆਂ ਹੈਗੀਆਂ। ਦੈਟ ਇਜ਼ ਵਾਈ ਜਿੱਥੇ ਮਿਲਦੀਆਂ ਆਪਾਂ ਪੂਰਾ ਉਹ ਕਰੀਦਾ। ਤੇ ਸਵਾਦ ਕਿੱਦਾਂ ਦਾ? ਘਰ ਦਾ ਸਵਾਦ ਪੂਰਾ ਆਉਂਦਾ ਮੈਮ? ਟੋਟਲੀ ਔਸਮ। ਮਤਲਬ ਕੋਈ ਵੀ ਚੀਜ਼ ਲੈ ਲਓ, ਆਈਦਰ ਇਟਸ ਮੱਕੀ ਦੀ ਰੋਟੀ ਜਾਂ ਸਾਗ, ਈਵਨ ਇਹ ਜਿਹੜੀ ਕੱਦੂ ਦੀ ਸਬਜ਼ੀ ਹੈ ਜਾਂ ਲੱਸੀ ਵੀ ਹੈ, ਇਟ ਇਜ਼ ਬੇਸਿਕਲੀ ਚਾਟੀ ਵਾਲੀ ਲੱਸੀ, ਜਿਹੜੀ ਅੱਜ ਕੱਲ੍ਹ ਕਿਤੇ ਵੀ ਆਪਾਂ ਪਿੰਡਾਂ 'ਚ ਵੀ ਜਾਈਏ ਉੱਥੇ ਵੀ ਨਹੀਂ ਮਿਲਦੀ ਹੈ। ਸੋ ਦੈਟ ਇਜ਼ ਵਾਈ ਦਿਸ ਇਜ਼ ਦ ਔਸਮ ਥਿੰਗ। ਸੋ ਔਰ ਸਭ ਤੋਂ ਵੱਡੀ ਗੱਲ ਹੈ ਕਿ ਇੰਨੇ ਆਇਡੈਂਟੀਕਲ ਫੇਸ ਨੇ, ਆਪਾਂ ਚਾਹੇ ਸਾਲ ਬਾਅਦ ਆਈਏ, 2 ਸਾਲ ਬਾਅਦ ਆਈਏ, ਦੇ ਰਿਕਗਨਾਈਜ਼ ਐਜ਼ ਇਮੀਡੀਏਟਲੀ। ਸੋ ਦੈਟ ਇਜ਼ ਦ ਥਿੰਗ, ਦੇ ਹੈਵ ਦ ਐਂਟਾਇਰ ਥਿੰਗ ਇਜ਼ ਅਮੇਜ਼ਿੰਗ। ਆਈ ਸਪੈਸ਼ਲੀ ਰਿਕਮੈਂਡ, ਅਗਰ ਇੱਥੇ ਆਉਂਗੇ ਤਾਂ ਇੱਕ ਇਹਨਾਂ ਦੀਆਂ ਪਿੰਨੀਆਂ ਆਉਂਦੀਆਂ ਹੈ, ਯੂ ਮਸਟ ਟਰਾਈ ਦੈਟ, ਦੈਟ ਇਜ਼ ਦ ਬੈਸਟ ਥਿੰਗ। ਯਾਨੀ ਕਿ ਜਿਹੜੇ ਇੱਥੇ ਦਾ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਆ, ਉਹ ਘਰ ਦੀ ਰੋਟੀ ਦੀ ਯਾਦ ਨਹੀਂ ਜਦਵਾ ਦਿੰਦੀ? ਨਹੀਂ ਭੁੱਲਣ ਦਿੰਦਾ ਜੀ, ਬਹੁਤ ਬਹੁਤ ਔਸਮ ਹੈ ਜੀ। ਤਾਂ ਅੰਕਲ ਜੀ, ਕੜੀ ਚੌਲ ਦਾ ਸਵਾਦ ਲੈ ਰਹੇ ਹੋ, ਕਿੱਦਾਂ ਦੇ ਬਣੇ ਨੇ? ਬਹੁਤ ਵਧੀਆ ਬਣੇ, ਬਹੁਤ ਵਧੀਆ। ਐਕਚੁਅਲੀ ਘਰ ਵੀ ਇੱਦਾਂ ਦੀ ਕੜੀ ਨਹੀਂ ਬਣਦੀ ਐਕਚੁਅਲੀ, ਤੇ ਇਹਨਾਂ ਨੇ ਸਾਡਾ ਨਾ ਬਿਲਕੁਲ ਹੀ ਸਾਡੀ ਆਦਤ ਵਿਗਾੜੀ ਹੋਈ ਹੈ ਐਕਚੁਅਲੀ ਕਿਸਮ ਨਾਲ। ਹਾਂ, ਕਿਉਂ? ਰੀਜ਼ਨ ਇਹ ਹੈਗਾ ਕਿ ਇਹਨਾਂ ਨੇ ਨਾ ਹੋਮਮੇਡ ਤਾਂ ਹੈ ਹੀ ਹੈ ਪਹਿਲੀ ਗੱਲ। ਦੂਜੀ ਗੱਲ, ਅਸੀਂ ਜਦੋਂ ਸਪੋਜ਼ ਘਰ ਖਾਣ ਦਾ ਮੂਡ ਨਹੀਂ ਹੈ, ਬਣਾਉਣ ਦਾ ਮੂਡ ਨਹੀਂ ਹੈ, ਤੇ ਇੱਥੋਂ ਬਣਾਓ, ਪੈਕ ਕਰਾ ਕੇ ਲੈ ਜਾਓ, ਪਹਿਲੀ ਗੱਲ। ਦੂਜੀ ਗੱਲ ਇਹ ਹੁੰਦੀ ਕਿ ਨਾ ਸਾਨੂੰ ਅਸੀਂ ਮਿਸ ਹੀ ਨਹੀਂ ਕਰਦੇ ਕਿ ਅਸੀਂ ਘਰ ਦੇ ਖਾ ਰਹੇ ਹਾਂ, ਬਾਹਰ ਦੇ ਖਾ ਰਹੇ ਹਾਂ, ਠੀਕ ਹੈ। ਔਰ ਥਰਡ ਥਿੰਗ ਇਹ ਹੁੰਦਾ ਕਿ ਹੁਣ ਅਸੀਂ ਕਿਤੇ ਕੰਮ ਵਿੱਚ ਬਿਜ਼ੀ ਵੀ ਹਾਂ, ਦੇਰ ਸਵੇਰ ਹੋ ਗਈ, ਕੁਝ ਹੋ ਗਿਆ, ਤੇ ਸਾਨੂੰ ਪਤਾ ਕਿ ਹਾਂ ਇੱਕ ਜਗ੍ਹਾ ਹੈ ਜਿੱਥੇ ਸਾਨੂੰ ਵਧੀਆ ਸਾਡੇ ਸਵਾਦ ਦੇ ਹਿਸਾਬ ਨਾਲ ਖਾਣਾ ਮਿਲਣਾ। ਔਰ ਇੱਕ ਬਹੁਤ ਵੱਡੀ ਤਸੱਲੀ ਹੈ ਕਿ ਇਹਨਾਂ ਦਾ ਹਾਈਜੀਨਿਕ ਹੈਗਾ, ਘਰ ਦੀ ਬਣੀ ਹੋਈ ਚੀਜ਼ ਹੈਗੀ ਹੈ, ਮਤਲਬ ਬਿਲਕੁਲ ਜਿਸ ਤਰ੍ਹਾਂ ਹੋਮਮੇਡ ਪ੍ਰਿਪਰੇਸ਼ਨ। ਅਸੀਂ ਇਹ ਨਹੀਂ ਕਿ ਜ਼ਿਆਦਾ ਘਿਓ ਤੇਲ ਇਸ ਤਰ੍ਹਾਂ ਕੁਝ ਨਹੀਂ, ਹਾਈਜੀਨਿਕ ਹੈ। ਐਂਡ ਥਰਡ ਬਟ ਨਾਟ, ਸਾਰੀ ਘਰ ਦੀ ਬਣੀ ਹੋਈ ਜਿਸ ਤਰ੍ਹਾਂ ਨਾ ਘਰ ਵਾਲੀ ਪ੍ਰਿਪਰੇਸ਼ਨ ਹੁੰਦੀ ਹੈ। ਹੁਣ ਭਾਵੇਂ ਤੁਸੀਂ ਬੇਸ਼ੱਕ ਪਿੰਨੀਆਂ ਲੈ ਲਓ, ਗੁੜ ਲੈ ਲਓ, ਅਚਾਰ ਤੱਕ ਇਹਨਾਂ ਦੇ ਜਿਹੜੇ ਹੈਗੇ ਆ ਸਾਰੇ ਇੰਗਰੇਡੀਐਂਟ ਜਿਹੜੇ ਹੈਗੇ ਹੋਮ ਦੇ ਆ। ਆਪਾਂ ਇੱਥੇ ਇਹ ਨਹੀਂ ਹੈਗਾ ਕਿ ਮਾਰਕੀਟ ਤੋਂ ਬਣਵਾ ਕੇ ਇੱਥੇ ਲਿਆ, ਕੁਝ ਰੈਡੀਮੇਡ ਨਹੀਂ ਹੈ। ਤੇ ਬਹੁਤ ਵੱਡੀ ਤਸੱਲੀ ਹੈ ਸਾਡੀ, ਮਤਲਬ ਨਾ ਟੇਸਟ ਬਡਸ ਜਿਹੜੇ ਹੈਗੇ ਆ ਇੱਧਰ ਤੇ ਹੁਣ ਸੈਟਲ ਹੋ ਗਏ ਹੁਣ। ਸੋ ਅਸੀਂ ਜਦੋਂ ਵੀ ਬੋਲਦੇ ਹਾਂ ਸੈਕੰਡ ਹੋਮ ਕਿਚਨ ਇੱਧਰ ਹੈ।
ਤੇ ਮਿਸਿਸ ਗੁੱਸੇ ਨਹੀਂ ਹੁੰਦੇ ਵੀ ਦੁਪਹਿਰ ਨੂੰ ਇੱਥੇ ਆ ਜਾਂਦੇ ਹੋ, ਟਿਫਨ ਨਹੀਂ ਲੈ ਕੇ ਜਾਂਦੇ? ਨਹੀਂ ਉਹ ਖੁਸ਼ ਹੁੰਦੇ ਆ, ਉਹਨਾਂ ਦਾ ਕੰਮ ਖਤਮ ਹੋ ਜਾਂਦਾ ਥੋੜਾ ਜਿਹਾ। ਉਹਨਾਂ ਨੂੰ ਇਸ ਚੀਜ਼ ਦੀ ਉਹਨਾਂ ਨੂੰ ਵੀ ਤਸੱਲੀ, ਕਿਉਂਕਿ ਅਸੀਂ ਇੱਥੋਂ ਵੀ ਪੈਕ ਕਰਾ ਕੇ ਉੱਥੇ ਲੈ ਜਾਂਦੇ ਹਾਂ ਤੇ ਉਹਨਾਂ ਨੂੰ ਵੀ ਹੁੰਦਾ ਕਿ ਹਾਂ ਇੱਥੇ ਵਧੀਆ ਖਾਣਾ ਮਿਲ ਰਿਹਾ ਤੇ ਉਹਨਾਂ ਨੂੰ ਵੀ ਹੈ ਕਿ ਸਾਡਾ ਖਿਆਲ ਰੱਖਿਆ ਜਾ ਰਿਹਾ। ਸੋ ਆਈ ਮੀਨ ਪੰਜਾਬੀ ਰਸੋਈ ਇਜ਼ ਸਮਥਿੰਗ ਲਾਈਕ ਪੂਰਾ ਦਾ ਪੂਰਾ ਖਿਆਲ ਰੱਖਣ ਵਾਲੇ ਹੈਗਾ ਉਹਨਾਂ ਨੂੰ, ਸਾਨੂੰ ਵੀ ਉਹਨਾਂ ਨੂੰ ਵੀ ਪਤਾ ਕਿ ਹਾਂ ਭਾਜੀ ਇੱਥੇ ਹੈਗੇ ਨੇ, ਸਾਡਾ ਖਿਆਲ ਰੱਖ ਰਹੇ ਆ। ਬਿਲਕੁਲ। ਗੁੜ ਵਾਲੀ ਚਾਹ ਵੀ ਤੁਸੀਂ ਟੇਸਟ ਕਰ ਰਹੇ ਹੋ, ਕਿੱਦਾਂ ਦੀ ਹੈ? ਉਸ ਸਮੇਂ ਘਰ ਵੀ ਨਹੀਂ ਬਣਦੀ ਐਕਚੁਅਲੀ। ਇਹ ਚਾਹ ਜਿਹੜੀ ਹੈਗੀ ਮੈਂ ਐਕਚੁਅਲੀ ਬਹੁਤ ਘੱਟ ਸਟਰੀਟ ਦੀ ਚਾਹ ਪੀਣਾ, ਜਾਂ ਤਾਂ ਐਸਾ ਬਣਾ ਕੇ ਲੈ ਜਾਈਏ ਕਿਤੇ ਸਟਾਰਬਕਸ ਜਾਂ ਇੱਧਰ ਉੱਧਰ ਪੀ ਲਈਏ, ਇਹ ਸਟਾਰਬਕਸ ਨੂੰ ਵੀ ਬੀਟ ਕਰ ਦੇਗੀ। ਅਸੀਂ ਜਿਸ ਤਰ੍ਹਾਂ ਉੱਥੇ ਸਟਾਰਬਕਸ ਇਜ਼ ਨੋਨ ਫॉर ਕਾਫੀ, ਜਾਂ ਬਾਕੀ ਜਗ੍ਹਾ ਜਿਹੜੀ ਹੁੰਦੀ ਹੈ, ਜਾਂ ਤੁਸੀਂ ਹੁਣ ਇੱਥੇ ਬਾਕੀ ਜਗ੍ਹਾ 'ਤੇ ਚਲੇ ਜਾਓ, ਬੂਥ ਬਣਿਆ ਹੋਇਆ ਟੀ ਵਾਸਤੇ, ਇਸ ਨੂੰ ਕਦੇ ਵੀ ਨਹੀਂ ਬੀਟ ਕਰ ਸਕਦੇ। ਸੋ ਆਈ ਮੀਨ ਮੇਰਾ ਦਿਨ ਹੀ ਇਸ 'ਤੇ ਚੱਲਦਾ ਐਕਚੁਅਲੀ। ਤਾਂ ਬਿਲਕੁਲ ਭਾਜੀ ਉਹਨਾਂ ਦਾ ਕਹਿਣਾ ਵੀ ਮੇਰਾ ਤਾਂ ਦਿਨ ਹੀ ਇੱਥੋਂ ਚੱਲਦਾ ਹੈ ਤੇ ਮੈਂ ਘਰ ਦੇ ਖਾਣੇ ਦੀ ਥਾਂ ਤੇ ਜ਼ਿਆਦਾਤਰ ਜੋ ਤਰਜੀਹ ਵੀ ਇਸ ਖਾਣੇ ਨੂੰ ਦਿੰਦਾ, ਕਿਉਂਕਿ ਮੈਂ ਸਿਰਫ ਨਾ ਫਿਰ ਇੱਥੇ ਆ ਕੇ ਖਾਣਾ ਬਲਕਿ ਆਪਣੇ ਪਰਿਵਾਰ ਦੇ ਲਈ ਵੀ ਇੱਥੋਂ ਪੈਕ ਕਰਾ ਕੇ ਲੈ ਕੇ ਜਾਣਾ। ਤਾਂ ਜੇਕਰ ਸਾਡੀ ਵੀ ਤੁਹਾਨੂੰ ਅਪੀਲ ਹੈ, ਤੁਸੀਂ ਵੀ ਜਦੋਂ ਆਓ ਤਾਂ ਇੱਥੇ ਪੰਜਾਬੀ ਰਸੋਈ ਤੇ ਜ਼ਰੂਰ ਗੇੜਾ ਮਾਰਿਓ, ਕਿਉਂਕਿ ਇੱਥੇ ਹੀ ਤੁਹਾਨੂੰ ਘਰ ਦੀ ਯਾਦ ਦੁਬਾਰਾ ਫੇਰ ਆ ਜਾਏਗੀ, ਕਿਉਂਕਿ ਇੱਥੇ ਘਰ ਦਾ ਬਣਿਆ ਖਾਣਾ ਹੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹਨਾਂ ਦੋ ਗੱਭਰੂਆਂ ਦੇ ਵੱਲੋਂ। ਆਖਰੀ ਮੌਕਾ ਉਹ ਸਟੂਡੈਂਟਸ ਵਾਸਤੇ ਜਿਨ੍ਹਾਂ ਦੀ ਐਪਲੀਕੇਸ਼ਨ ਕੈਨੇਡਾ ਲਈ ਪਹਿਲੇ ਰਿਜੈਕਟ ਹੋ ਚੁੱਕੀ ਹੈ, ਕੋਰਸ ਪ੍ਰੋਗਰੈਸ਼ਨ ਨਹੀਂ ਸੀ ਜਾਂ ਕੋਰਸ ਰੈਲੇਵੈਂਸੀ ਨਾ ਹੋਣ ਕਰਕੇ ਰਿਜੈਕਟ ਹੋ ਚੁੱਕੀ ਹੈ। ਫੋਨ ਚੱਕੋ, ਕਾਲ ਕਰੋ 90419 90419। ਹੁਣ ਇਹ ਆਖਰੀ ਮੌਕਾ ਗਵਾ ਨਾ ਲੈਣਾ।